हाँ जी बच्चों, करिए जी फिर शुरू एक नवीं कहानी। साडी अज दी कहानी दा नाम आ निक्कू जासूस। चलो जी करदे हां शुरू। हनेरा वधदा ही जा रहा सी। जिਉਂ ही मैं अपना सज्जा पैर चुक्या, थल्ले पिया पानी छिट्टे बन के मेरे मूँह ते पै गया। मेरी सज्जी बांह कंध ना घिसड़ गई ਤੇ ਮੈਨੂੰ ਯਕੀਨ ਹੋ ਗਿਆ ਕਿ ਮੇਰੇ ਕੋਟ ਦੀ ਕੂੜੀ ਵਿੱਚ ਗਲੀ ਹੋ ਗਈ ਹੈ। ਮੈਂ ਸੋਚ ਰਿਹਾ ਸਾਂ ਕਿ ਕਾਸ਼ ਮੇਰੀਆਂ ਅੱਖਾਂ ਉੱਲੂ ਦੀਆਂ ਅੱਖਾਂ ਵਾਂਗ ਹੁੰਦੀਆਂ, ਜਿਨ੍ਹਾਂ ਨਾਲ ਮੈਂ ਇਸ ਲੰਮੀ ਹਨੇਰੀ ਸੁਰੰਗ ਵਿੱਚੋਂ ਦੀ ਦੇਖ ਸਕਦਾ। ਮੈਂ ਕਾਫੀ ਦੇਰ ਤੋਂ ਉਸ ਸੁਰੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਜਦੋਂ ਮੈਂ ਇਸ ਸੁਰੰਗ ਦੇ ਵਿੱਚ ਵੜਿਆ ਸੀ, ਉਸ ਵੇਲੇ ਮੈਨੂੰ ਦੱਸਿਆ ਗਿਆ ਸੀ ਕਿ ਇਹ ਬਹੁਤ ਲੰਮੀ ਨਹੀਂ ਹੈ, ਬਸ ਹਨੇਰੀ ਹੀ ਹੈ। ਮੇਰੇ ਕੋਲ ਭਾਵੇਂ ਬੈਟਰੀ ਪਰ ਮੈਨੂੰ ਜਗਾਉਣ ਦਾ ਹੁਕਮ ਨਹੀਂ ਸੀ, ਕਿਉਂਕਿ ਇਸ ਦੀ ਰੋਸ਼ਨੀ ਸੁਰੰਗ ਦੇ ਦੂਸਰੇ ਪਾਸੇ ਜਾ ਕੇ ਮੇਰੇ ਲਈ ਖਤਰਾ ਬਣ ਸਕਦੀ ਸੀ। ਮਲਕੀਤ ਸਿੰਘ ਆਪਣੀ ਇਹ ਕਹਾਣੀ ਪਿੰਡ ਦੇ ਸਾਥੀਆਂ ਨੂੰ ਦੱਸ ਰਿਹਾ ਸੀ। ਮਲਕੀਤ ਸਿੰਘ ਜਵਾਨੀ ਵੇਲੇ ਕਿਸੇ ਸਰਕਾਰੀ ਮਹਿਕਮੇ ਵਿੱਚ ਭਰਤੀ ਹੋ ਗਿਆ ਸੀ ਤੇ ਫਿਰ ਕਈ ਸਾਲ ਪਿੰਡ ਤੋਂ ਗੈਰ ਹਾਜ਼ਰ ਰਿਹਾ। ਜਿੰਨੇ ਮੂੰਹ ਉਨੀਆਂ ਗੱਲਾਂ। ਕਿਸੇ ਨੇ ਕਹਿਣਾ ਕਿ ਉਹ ਕਿਸੇ ਵੱਡੇ ਅਹੁਦੇ ਤੇ ਜਾ ਪਹੁੰਚਿਆ ਹੈ ਤੇ ਕਿਸੇ ਨੇ ਕਹਿਣਾ ਕਿ ਉਹ ਐਕਸੀਡੈਂਟ ਵਿੱਚ ਮਾਰਿਆ ਗਿਆ ਹੈ, ਪਰ ਕਿਸੇ ਕੋਲ ਤਾਂ ਕੋਈ ਵੀ ਸੱਚ ਨਹੀਂ ਸੀ। ਪਿਛਲੇ ਸਾਲ ਚਿੱਟੀ ਦਾੜੀ ਵਾਲਾ ਮਲਕੀਤ ਸਿੰਘ ਪਿੰਡ ਮੁੜ ਆਇਆ। ਕਈ ਦਿਨ ਉਹ ਸਿਰਫ ਘਰ ਦੇ ਅੰਦਰ ਹੀ ਰਿਹਾ। ਜਿੱਥੇ ਉਸਦੀ ਮਾਂ ਖੁਸ਼ ਸੀ ਕਿ ਉਸਦਾ ਪੁੱਤ ਕੀਤੂ ਮੁੜ ਆਇਆ ਹੈ, ਉੱਥੇ ਉਸਦੇ ਭਰਾ ਤੇ ਭਰਜਾਈਆਂ ਜ਼ਮੀਨ ਨੂੰ ਹੋਰ ਵੰਡ ਹੋਣ ਦੇ ਡਰੋਂ ਮਨੋ ਮਨ ਖੁਸ਼ ਨਹੀਂ ਸਨ। ਹੌਲੀ ਹੌਲੀ ਮਲਕੀਤ ਸਿੰਘ ਨੇ ਘਰ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ। ਉਸਨੇ ਖੇਤਾਂ ਨੂੰ ਗੇੜਾ ਮਾਰਨਾ ਸ਼ੁਰੂ ਕਰ ਦਿੱਤਾ, ਕੁਝ ਆਪਣੇ ਪੁਰਾਣੇ ਯਾਰ ਬੇਲੀਆਂ ਨੂੰ ਮਿਲ ਲੈਣਾ। ਉਹ ਕਦੇ ਕਦੇ ਪਿੰਡ ਦੇ ਥੜੇ ਤੇ ਬੈਠਾ ਆਹਾਂ ਭਰਦਾ ਰਹਿੰਦਾ ਵਿਚਾਰਾ। ਇੰਜ ਲੱਗਦਾ ਜਿਵੇਂ ਮਲਕੀਤ ਸਿੰਘ ਜਿਵੇਂ ਕੁਝ ਕਹਿਣਾ ਚਾਹੁੰਦਾ ਸੀ। ਇੱਕ ਦਿਨ ਡੁੱਬਦਾ ਸੂਰਜ ਵੇਖ ਕੇ ਉਸਦੇ ਮੂੰਹੋਂ ਨਿਕਲ ਹੀ ਗਿਆ, ਚੱਲ ਓਏ ਪੁੱਤਰਾ, ਰਹਿ ਗਏ 2 ਦਿਨ ਹੋਰ। ਇਹ ਗੱਲ ਸੁਣ ਕੇ ਉਸਦੇ ਯਾਰ ਦੋਸਤ ਪੁੱਛਣ ਲੱਗੇ ਵੀ ਆਖਿਰ ਉਹ ਰਹਿੰਦਾ ਕਿੱਥੇ ਹੈ ਜਾਂ ਕੀ ਕਰਦਾ ਰਿਹਾ ਹੈ। ਇਸ ਸੂਰਜ ਦੇ ਡੁੱਬਣ ਨਾਲ ਉਸਨੇ ਐਡਾ ਵੱਡਾ ਹੋਕਾ ਕਿਉਂ ਲਿਆ ਅਤੇ ਸੂਰਜ ਦੇ ਡੁੱਬਣ ਨਾਲ ਉਸਦਾ ਕੀ ਰਿਸ਼ਤਾ ਹੈ। ਮਲਕੀਤ ਸਿੰਘ ਭਈ ਕਈ ਦਿਨ ਗੱਲ ਟਾਲਦਾ ਰਿਹਾ, ਪਰ ਆਖਰ ਨੂੰ ਤਾਂ ਹੁਣ ਉਸਦੇ ਸਬਰ ਦਾ ਪਿਆਲਾ ਭਰ ਗਿਆ ਸੀ। ਉਸਨੂੰ ਜੇਲ੍ਹ ਵਿੱਚ ਆਪਣੇ ਨਾਲ ਬਿਤਾਏ ਦਿਨਾਂ ਬਾਰੇ ਦੱਸਣਾ ਹੀ ਪਿਆ। ਉਸਨੇ ਦੱਸਿਆ ਕਿ ਉਸਦੀ ਜੇਲ੍ਹ ਦੀਆਂ ਚਿੱਥਾਂ ਵਿੱਚੋਂ ਰੋਜ਼ ਸੂਰਜ ਡੁੱਬ ਜਾਂਦਾ ਸੀ ਤੇ ਡੁੱਬਦਾ ਸੂਰਜ ਹੀ ਉਸਨੂੰ ਦਿਸਦਾ ਸੀ। ਭਾਵੇਂ ਪੂਰਾ ਡੁੱਬਦਾ ਸੂਰਜ ਉਸਨੇ ਕਦੇ ਨਹੀਂ ਸੀ ਦੇਖਿਆ, ਪਰ ਕੱਚੀ ਉੱਚੀ ਕੰਧ ਨੂੰ ਹੀ ਉਹ ਧਰਤੀ ਦਾ ਦਿਸਹੱਦਾ ਸਮਝਣ ਲੱਗ ਪਿਆ ਸੀ। ਅਦਾਲਤ ਦੇ ਫੈਸਲੇ ਅਨੁਸਾਰ ਉਸਨੇ ਰਿਹਾ ਹੋਣ ਦੇ ਦਿਨ ਗਿਣਨੇ ਸ਼ੁਰੂ ਕਰ ਦਿੱਤੇ ਤੇ ਰੋਜ਼ ਡੁੱਬਦੇ ਸੂਰਜ ਨਾਲ ਉਹ ਇੱਕ ਦਿਨ ਘਟਾ ਲੈਂਦਾ ਸੀ। ਮਲਕੀਤ ਸਮੇਂ ਨਾਲ ਯਾਰ ਬੇਲੀਆਂ ਨੂੰ ਆਪਣੇ ਗਿਆਤਵਾਸ ਦੀਆਂ ਗੱਲਾਂ ਦੱਸਣ ਲੱਗ ਪਿਆ। ਪਹਿਲਾਂ ਤਾਂ ਉਹ ਬਹੁਤ ਹੀ ਸੋਚ ਕੇ ਤੇ ਬਚ ਕੇ ਬੋਲਦਾ ਸੀ, ਕਿਤੇ ਕੋਈ ਝਮੇਲਾ ਹੀ ਨਾ ਖੜਾ ਹੋ ਜਾਏ। ਪਰ ਮਹੀਨੇ ਕੁ ਬਾਅਦ ਮਲਕੀਤ ਸਿੰਘ ਦਾ ਹੌਸਲਾ ਵੱਧ ਗਿਆ। ਉਸਨੇ ਸੱਚ ਦੇ ਨੇੜੇ ਤੇੜੇ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਉਸਨੂੰ ਗੱਲਾਂ ਦੱਸਣ ਦਾ ਅਜਿਹਾ ਚਸਕਾ ਪੈਦਾ ਹੋਇਆ ਬਈ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ ਜਾਂ ਕਿਸੇ ਹੀਰੋ ਵਾਂਗ ਆਪਣੇ ਆਪ ਨੂੰ ਪੇਸ਼ ਕਰਨਾ, ਇਹ ਤਾਂ ਉਸਦੀ ਕਮਜ਼ੋਰੀ ਹੀ ਬਣਦੀ ਜਾ ਰਹੀ ਸੀ। ਪਿੰਡ ਦੇ ਯਾਰ ਬੇਲੀ ਵੀ ਰੋਜ਼ ਦੁਪਹਿਰੇ ਟਾਈਮ ਪਾਸ ਕਰਨ ਲਈ ਉਸਨੂੰ ਬੁਲਾ ਲੈਂਦੇ। ਮਲਕੀਤ ਤਾਂ ਪਹਿਲਾਂ ਹੀ ਤਿਆਰ ਬੈਠਾ ਹੁੰਦਾ ਤੇ ਝੱਟ ਬਿਸ਼ਨੇ ਕੇ ਬਾਹਰਲੇ ਵਰਾਂਡੇ ਵਿੱਚ ਜੁੜੀ ਮਹਿਫਿਲ ਵਿੱਚ ਜਾ ਬੈਠਦਾ। ਫਿਰ ਉਸਦੇ ਯਾਰ ਦੋਸਤ ਉਹਨੂੰ ਪੁੱਛਦੇ, ਹਾਂ ਬਈ ਕੀਤੂਆ, ਸੁਣਾ ਫਿਰ ਕੋਈ ਹਾਲ ਚਾਲ, ਕੋਈ ਗੱਲ ਬਾਤ। ਤਾਂ ਉਹ ਫਿਰ ਦੱਸਦਾ ਬਈ ਹੋਣਾ ਕੀ ਹੈ। ਉਹਨਾਂ ਨੂੰ ਪਤਾ ਨਹੀਂ ਸੀ ਕਿ ਵਾਹ ਕਿਹਦੇ ਨਾਲ ਪਿਆ। ਉਹ ਕੀ ਜਾਣਨ ਕੀਤੇ ਦੀਆਂ ਚਤਰਾਈਆਂ। ਮਲਕੀਤ ਹੀਰੋ ਵਾਂਗ ਇਸ ਗੱਲ ਨੂੰ ਅੱਗੇ ਤੋਰਦਾ, ਅੱਛਾ ਚਾਚਾ,
ਇਹ ਤਾਂ ਦੱਸ, ਇਹ ਪਿਸਤੌਲ ਤੇਰੀ ਆਪਣੀ ਹੈ ਕਿ ਆਪਣੇ ਵਾਲੇ ਨਾਹਰ ਲੁਹਾਰੇ ਵਾਲੀ ਸੀ? ਬਈ ਜਦੋਂ 6 ਕੁ ਸਾਲ ਦੇ ਨਿੱਕੜੇ ਜਿਹੇ ਨੇਕੀ ਨੇ ਇਹ ਸਵਾਲ ਕੀਤਾ ਤਾਂ ਸਭ ਹੱਸ ਪਏ। ਓਏ, ਤੁਸੀਂ ਇੱਥੇ ਕੀ ਕਰਦੇ ਹੋ? ਦੌੜੋ ਘਰਾਂ ਨੂੰ। ਛਿੰਦੇ ਨੇ ਛੋਟੇ ਬੱਚਿਆਂ ਨੂੰ ਦਬਕਾ ਮਾਰਿਆ। ਉਹ ਰਹਿਣ ਦੇ ਬੈਠੇ, ਤੈਨੂੰ ਕੀ ਕਹਿੰਦੇ ਆ? ਸੁਣ ਲੈਣ ਦੇ ਇਹਨਾਂ ਨੂੰ ਵੀ ਜਾਸੂਸੀ ਦੀਆਂ ਗੱਲਾਂ। ਖਬਰੇ ਕੱਲ ਨੂੰ ਇਹਨਾਂ ਵਿੱਚੋਂ ਹੀ ਕੋਈ ਹੋਰ ਕੀਤੂ ਬਣ ਜੇ। ਫਾਇਦਾ ਹੀ ਹੋ ਜੂ ਵਿਚਾਰੇ ਦਾ। ਸਿੱਖ ਲੈਣ ਦੇ ਦਾਅ ਪੇਚ ਜਾਸੂਸੀ ਦੇ। ਕਾਲੇ ਨੇ ਛਿੰਦੇ ਦੀ ਗੱਲ ਨੂੰ ਕੱਟਦਿਆਂ ਕਿਹਾ ਤੇ ਬੱਚਿਆਂ ਨੂੰ ਕੀਤੂ ਜਾਸੂਸ ਦੀਆਂ ਗੱਲਾਂ ਸੁਣ ਲੈਣ ਦੀ ਇਜਾਜ਼ਤ ਸਾਰਿਆਂ ਤੋਂ ਦੁਆਈ। ਮਲਕੀਤ ਜਾਸੂਸ ਦੀਆਂ ਗੱਲਾਂ ਹੁਣ ਹਰ ਘਰ ਦੇ ਵਿਹੜੇ ਵਿੱਚ ਗੱਲਬਾਤ ਦਾ ਵਿਸ਼ਾ ਹੁੰਦੀਆਂ। ਇਸੇ ਕਰਕੇ ਬਿਸ਼ਨੇ ਦਾ ਵਰਾਂਡਾ ਹੁਣ ਛੋਟਾ ਲੱਗਣ ਲੱਗ ਪਿਆ ਸੀ, ਕਿਉਂਕਿ ਮਹਿਫਿਲ ਹੀ ਵੱਧਦੀ ਜਾ ਰਹੀ ਸੀ। ਕਈ ਬੱਚੇ ਵੀ ਗੱਲਾਂ ਸੁਣਨ ਲਈ ਹੁਣ ਉੱਥੇ ਹੀ ਜਾਣ ਲੱਗ ਪਏ ਸਨ ਤੇ ਸਿਆਣੇ ਤਾਂ ਫਿਰ ਆਉਂਦੇ ਹੀ ਸੀ ਸਾਰੇ ਆਪਣਾ ਟਾਈਮ ਪਾਸ ਕਰਨ ਲਈ। ਠੀਕ ਆ ਜੀ ਬੱਚਿਓ, ਇਹ ਸੀ ਜੀ ਸਾਡੀ ਅੱਜ ਦੀ ਕਹਾਣੀ। ਕੱਲ ਨੂੰ ਫੇਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਨਾਲ। ਠੀਕ ਆ ਜੀ? ਓਕੇ।